ਮੇਰਾ ਪਤੀ ਕਮਰੇ ਤੋਂ ਨਿਕਲਦਾ ਤਾਂ ਮੇਰਾ ਸਹੁਰਾ ਤੁਰੰਤ ਮੇਰੇ ਕਮਰੇ ਵਿੱਚ ਆ ਜਾਂਦਾ ਤੇ ਮੇਰੇ ਪਤੀ ਬਾਰੇ ਮੈਨੂੰ ਉਲਟੀਆਂ ਸਿੱਧੀਆਂ ਗੱਲਾਂ ਦੱਸਦਾ ਰਹਿੰਦਾ। ਇੱਕ ਦਿਨ ਪਤੀ ਰਾਤ ਨੂੰ ਨਹੀਂ ਆਇਆ ਤੇ ਉਸ ਰਾਤ ਡਰ ਦੇ ਮਾਰੇ ਮੈਂ ਰਾਤ ਨੂੰ ਸਹੁਰੇ ਦੇ ਕਮਰੇ ਵਿੱਚ ਚਲੀ ਗਈ। ਕਮਰੇ ਵਿੱਚ ਵੜਦੇ ਸਾਰ ਹੀ ਮੈਨੂੰ ਪਿੱਛੋਂ ਫੜ ਲਿਆ ਤੇ ਫਿਰ ਮੇਰਾ ਸਹੁਰਾ ਤੌਬਾ ਤੌਬਾ। ਫਿਰ ਸਹੁਰੇ ਨੇ ਮੇਰੀ ਜੋ ਹਾਲਤ ਕੀਤੀ, ਕੁਝ ਦੇਰ ਰਾਤ ਇੱਦਾਂ ਦੀ ਹਨੇਰੀ ਹੁੰਦੀ ਹੈ ਕਿ ਇਨਸਾਨ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਹਨੇਰੇ ਵਿੱਚ ਧਕੇਲ ਦਿੰਦੀ ਹੈ। ਅੱਜ ਦੀ ਰਾਤ ਮੇਰੇ ਲਈ ਵੀ ਕੁਝ ਇੱਦਾਂ ਦੀ ਹੀ ਸਾਬਤ ਹੋਈ। ਮੇਰਾ ਪਤੀ ਰਮੇਸ਼ ਹੁਣ ਤੱਕ ਘਰ ਨਹੀਂ ਆਇਆ ਸੀ ਤੇ ਰਾਤ ਦੇ 10 ਵੱਜ ਗਏ ਸਨ। ਮੈਂ ਪਾਰਕ ਵਿੱਚ ਚੱਕਰ ਕੱਟਦੀ ਹੋਈ ਉਸ ਦਾ ਇੰਤਜ਼ਾਰ ਕਰ ਰਹੀ ਸੀ। ਵਾਰ-ਵਾਰ ਮੇਰੀ ਨਜ਼ਰ ਘੜੀ ਦੀਆਂ ਸੂਈਆਂ 'ਤੇ ਜਾ ਕੇ ਟਿਕ ਜਾਂਦੀ। ਜਿਵੇਂ ਜਿਵੇਂ ਸਕਿੰਟਾਂ ਵਾਲੀ ਸੂਈ ਚੱਲ ਰਹੀ ਸੀ, ਮੇਰੇ ਦਿਲ ਦੀ ਧੜਕਣ ਵੀ ਉੱਦਾਂ ਹੀ ਤੇਜ਼ੀ ਨਾਲ ਚੱਲਣ ਲੱਗੀ। ਮੈਂ ਦਿਲ ਹੀ ਦਿਲ ਵਿੱਚ ਮੁਕੇਸ਼ ਦੇ ਘਰ ਆ ਜਾਣ ਦੀ ਪ੍ਰਾਰਥਨਾ ਕਰ ਰਹੀ ਸੀ, ਪਰ ਉਹ ਹੁਣ ਤੱਕ ਨਹੀਂ ਆਏ ਸੀ। ਮੈਨੂੰ ਹਨੇਰੇ ਤੋਂ ਬਹੁਤ ਡਰ ਲੱਗਦਾ ਸੀ। ਇਸ ਸਮੇਂ ਪੂਰਾ ਘਰ ਹਨੇਰੇ ਵਿੱਚ ਡੁੱਬ ਚੁੱਕਿਆ ਸੀ। ਮੈਂ ਪਹਿਲਾਂ ਹੀ ਰਮੇਸ਼ ਦੇ ਨਾ ਆਉਣ ਦੀ ਵਜ੍ਹਾ ਨਾਲ ਬਹੁਤ ਪਰੇਸ਼ਾਨ ਸੀ ਤੇ ਉੱਪਰ ਤੋਂ ਇਹ ਹਨੇਰਾ ਮੈਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ। ਮੈਨੂੰ ਲੱਗਿਆ ਜਿਵੇਂ ਮੇਰੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੋਵੇ। ਮੈਂ ਚੀਜ਼ਾਂ ਨੂੰ ਲੱਭਦੀ ਹੋਈ ਬਹੁਤ ਮੁਸ਼ਕਲ ਨਾਲ ਆਪਣੇ ਕਮਰੇ ਵੱਲ ਵੱਧ ਰਹੀ ਸੀ ਕਿ ਉਦੋਂ ਹੀ ਗਲੀ ਦਾ ਕੁੱਤਾ ਐਵੇਂ ਭੌਂਕਿਆ ਜਿਵੇਂ ਘਰ ਦੇ ਅੰਦਰ ਕੋਈ ਮੌਜੂਦ ਹੋਵੇ। ਮੇਰੀ ਤਾਂ ਜਾਨ ਹੀ ਨਿਕਲ ਗਈ। ਉਸ ਸਮੇਂ ਮੈਨੂੰ ਬਹੁਤ ਡਰ ਮਹਿਸੂਸ ਹੋ ਰਿਹਾ ਸੀ ਤੇ ਘਰ ਵਿੱਚ ਮੇਰੇ ਤੇ ਮੇਰੇ ਸਹੁਰੇ ਤੋਂ ਇਲਾਵਾ ਕੋਈ ਨਹੀਂ ਸੀ। ਉਹ ਵੀ ਆਪਣੇ ਕਮਰੇ ਵਿੱਚ ਸੌਂ ਰਹੇ ਸੀ ਤੇ ਇਸ ਸਮੇਂ ਮੈਂ ਵਿਹੜੇ ਵਿੱਚ ਇਕੱਲੀ ਸੀ। ਮੈਨੂੰ ਲੱਗਿਆ ਕਿ ਜਿਵੇਂ ਗਲੀ ਵਿੱਚੋਂ ਭੌਂਕਣ ਵਾਲਾ ਕੁੱਤਾ ਸਾਡੇ ਵਿਹੜੇ ਵਿੱਚ ਕੁੱਦ ਚੁੱਕਿਆ ਹੈ ਤੇ ਉਹ ਹੁਣ ਮੇਰੇ ਕੋਲ ਪਹੁੰਚ ਜਾਵੇਗਾ। ਇਹ ਸੋਚ ਕੇ ਮੇਰੀ ਸੂਝ-ਬੂਝ ਹੀ ਘੱਟ ਹੋ ਗਈ ਤੇ ਹਨੇਰੀ ਧੁੰਦ ਵਿੱਚ ਪਤਾ ਨਹੀਂ ਮੈਂ ਕਿਵੇਂ ਸਹੁਰੇ ਦੇ ਕਮਰੇ ਵਿੱਚ ਪਹੁੰਚ ਗਈ। ਮੈਂ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਜ਼ੋਰ ਨਾਲ ਖੜਕਾਇਆ। ਵਿਹੜਾ ਹਨੇਰੇ ਵਿੱਚ ਡੁੱਬਿਆ ਹੋਇਆ ਸੀ। ਜਦੋਂ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਡਰ ਦੇ ਮਾਰੇ ਮੈਂ ਬੁਰੀ ਤਰ੍ਹਾਂ ਨਾਲ ਕੰਬ ਰਹੀ ਸੀ। ਮੈਂ ਕਿਹਾ, ਪਿਤਾ ਜੀ, ਲੱਗਦਾ ਹੈ ਵਿਹੜੇ ਵਿੱਚ ਕੁੱਤਾ ਆ ਗਿਆ। ਮੈਨੂੰ ਬਹੁਤ ਡਰ ਲੱਗ ਰਿਹਾ ਹੈ। ਕੀ ਮੈਂ ਤੁਹਾਡੇ ਕਮਰੇ ਵਿੱਚ ਆ ਸਕਦੀ ਹਾਂ? ਮੈਂ ਉਸ ਸਮੇਂ ਬਹੁਤ ਡਰੀ ਹੋਈ ਸੀ, ਪਰ ਸ਼ਾਇਦ ਇਹ ਕਮਜ਼ੋਰ ਪਲ ਸੀ ਜਿਸ ਵਿੱਚ ਮੈਂ ਇਹ ਗਲਤ ਫੈਸਲਾ ਕਰ ਲਿਆ। ਮੇਰੇ ਸਹੁਰੇ ਨੇ ਮੇਰੀ ਬਾਂਹ ਫੜੀ ਤੇ ਮੈਨੂੰ ਆਪਣੇ ਕਮਰੇ ਵਿੱਚ ਖਿੱਚ ਲਿਆ ਤੇ ਨਾਲ ਹੀ ਕਮਰੇ ਦਾ ਦਰਵਾਜ਼ਾ ਬੰਦ ਹੋ ਗਿਆ। ਉਸ ਦੇ ਬਾਅਦ ਜੋ ਕੁਝ ਮੇਰੇ ਨਾਲ ਹੋਇਆ। ਔਰਤ ਜੇ ਆਪਣੇ ਪਤੀ ਤੋਂ ਘੱਟ ਸੋਹਣੀ ਹੋਵੇ ਤਾਂ ਹਮੇਸ਼ਾ ਦੱਬੀ ਦੱਬੀ ਜਿਹੀ ਮਹਿਸੂਸ ਕਰਦੀ ਹੈ। ਮੈਂ ਵੀ ਅੱਜ ਕੱਲ੍ਹ ਉਸ ਸਮੇਂ ਤੋਂ ਲੰਘ ਰਹੀ ਸੀ। ਰਮੇਸ਼ ਦੇਖਣ ਵਿੱਚ ਬਹੁਤ ਸੋਹਣਾ ਨੌਜਵਾਨ ਸੀ। ਦੇਖਣ ਵਿੱਚ ਮੈਂ ਵੀ ਚੰਗੇ ਨੈਣ ਨਕਸ਼ ਦੀ ਮਾਲਕ ਸੀ, ਬਸ ਮੇਰੀ ਰੰਗਤ ਜ਼ਿਆਦਾ ਸਫੇਦ ਨਹੀਂ ਸੀ। ਇਹ ਚੀਜ਼ ਦਾ ਅਹਿਸਾਸ ਮੈਨੂੰ ਵਿਆਹ ਦੇ ਦੂਜੇ ਦਿਨ ਹੀ ਮੇਰੇ ਸਹੁਰੇ ਨੇ ਮੈਨੂੰ ਦਵਾ ਦਿੱਤਾ ਸੀ। ਸਵੇਰੇ ਜਦੋਂ ਮੈਂ ਆਪਣੇ ਕਮਰੇ ਤੋਂ ਬਾਹਰ ਨਾਸ਼ਤਾ ਬਣਾਉਣ ਲਈ ਆਈ ਤਾਂ ਘਰ ਵਿੱਚ ਬਹੁਤ ਰਿਸ਼ਤੇਦਾਰ ਮੌਜੂਦ ਸੀ। ਨਾਸ਼ਤੇ ਦੀ ਟੇਬਲ 'ਤੇ ਮੇਰੇ ਸਹੁਰੇ ਤੇ ਉਹਨਾਂ ਦੀਆਂ ਭੈਣਾਂ ਵੀ ਬੈਠੀਆਂ ਸਨ ਤੇ ਮੇਰੀ ਸੱਸ ਇਸ ਦੁਨੀਆ ਵਿੱਚ ਨਹੀਂ ਸੀ। ਰਿਸ਼ਤੇਦਾਰਾਂ ਵਿੱਚ ਵੀ ਜ਼ਿਆਦਾਤਰ ਮੇਰੇ ਸਹੁਰੇ ਦੇ ਭੈਣ ਭਾਈ ਹੀ ਸਨ। ਉਹਨਾਂ ਨਾਲ ਹੀ ਮੈਂ ਨਾਸ਼ਤਾ ਕੀਤਾ ਤੇ ਮੇਰਾ ਸਹੁਰਾ ਮੈਨੂੰ ਸਾਰੇ ਰਿਸ਼ਤੇਦਾਰਾਂ ਨਾਲ ਜਾਣ ਪਹਿਚਾਣ ਵੀ ਕਰਵਾਉਂਦਾ ਰਿਹਾ ਤੇ ਉਹ ਬਹੁਤ ਚੰਗੇ ਮਿਜ਼ਾਜ ਤੇ ਨਰਮ ਦਿਲ ਦੇ ਮਾਲਕ ਸਨ। ਪਰ ਕੁਝ ਹੀ ਦੇਰ ਵਿੱਚ ਜਦੋਂ ਮਹਿਮਾਨ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਸੀ ਤੇ ਘਰ ਵਿੱਚ ਸਿਰਫ ਮੈਂ ਤੇ ਮੇਰਾ ਸਹੁਰਾ ਹੀ ਸੀ। ਰਿਸੈਪਸ਼ਨ ਵਿੱਚ ਹਾਲੇ ਬਹੁਤ ਸਮਾਂ ਬਾਕੀ ਸੀ, ਇਸ ਲਈ ਮੇਰਾ ਸਹੁਰਾ ਮੇਰੇ ਲਈ ਚਾਹ ਬਣਾ ਕੇ ਲੈ ਆਇਆ। ਕਹਿਣ ਲੱਗਿਆ, ਮੈਂ ਸੋਚਿਆ ਮੇਰੀ ਕੁੜੀ ਥੱਕ ਗਈ ਹੋਵੇਗੀ, ਉਸ ਨੂੰ ਚਾਹ ਬਣਾ ਕੇ ਪਿਆਉਂਦਾ ਹਾਂ। ਉਹ ਮੇਰੇ ਬਰਾਬਰ ਹੀ ਸੋਫੇ 'ਤੇ ਬੈਠ ਗਏ ਤੇ ਚਾਹ ਦਾ ਕੱਪ ਮੈਨੂੰ ਵੀ ਫੜਾ ਦਿੱਤਾ। ਫਿਰ ਮੈਨੂੰ ਕਹਿਣ ਲੱਗੇ ਕਿ ਵੈਸੇ ਤਾਂ ਰਮੇਸ਼ ਬਹੁਤ ਚੰਗਾ ਮੁੰਡਾ ਹੈ, ਮੇਰੀ ਹਰ ਗੱਲ ਮੰਨਦਾ ਵੀ ਆ, ਪਰ ਕੀ ਆ ਕਿ ਉਹ ਸੁੰਦਰਤਾ ਦਾ ਪ੍ਰੇਮੀ ਆ। ਵੈਸੇ ਤਾਂ ਪੁੱਤ ਤੂੰ ਬਹੁਤ ਚੰਗੀ ਆ, ਪਰ ਕੀ ਹੈ ਕਿ ਚੰਗਾ ਹੁੰਦਾ ਜੇ ਤੇਰਾ ਵੀ ਰੰਗ ਸੁਰਖ ਸਫੇਦ ਹੁੰਦਾ। ਕਹਿੰਦੇ ਆ ਨਾ ਕਿ ਦੁਲਹਨ ਉਹੀ ਜੋ ਪਤੀ ਨੂੰ ਮਨ ਭਾਵੇ। ਆਪਣੇ ਸਹੁਰੇ ਦੀ ਇਹ ਗੱਲ ਸੁਣ ਕੇ ਮੈਂ ਤਾਂ ਬਹੁਤ ਅਸੰਜਮ ਵਿੱਚ ਦਾ ਸ਼ਿਕਾਰ ਹੋਈ ਸੀ। ਮੈਂ ਕਿਹਾ, ਪਿਤਾ ਜੀ, ਮੈਂ ਤੁਹਾਡੀ ਗੱਲ ਦਾ ਮਤਲਬ ਨਹੀਂ ਸਮਝੀ। ਉਹ ਹੌਲੀ ਨਾਲ ਕਹਿਣ ਲੱਗੇ, ਦਰਅਸਲ ਅੱਧੀ ਰਾਤ ਨੂੰ ਮੇਰਾ ਮੁੰਡਾ ਕਮਰੇ ਤੋਂ ਬਾਹਰ ਆ ਗਿਆ ਸੀ।
ਮੈਂ ਉਸ ਸਮੇਂ ਪਾਣੀ ਪੀਣ ਲਈ ਉੱਠਿਆ ਸੀ ਤਾਂ ਮੇਰੇ ਕੋਲ ਬੈਠ ਗਿਆ। ਕਹਿਣ ਲੱਗਿਆ, ਪਿਤਾ ਜੀ, ਤੁਹਾਨੂੰ ਨਿਸ਼ਾ ਵਿੱਚ ਨਜ਼ਰ ਹੀ ਕੀ ਆਇਆ ਸੀ? ਤੁਸੀਂ ਜਾਣਦੇ ਹੋ ਕਿ ਮੈਨੂੰ ਸੋਹਣੀਆਂ ਕੁੜੀਆਂ ਚੰਗੀਆਂ ਲੱਗਦੀਆਂ ਹਨ। ਘੱਟੋ ਘੱਟ ਤੁਹਾਨੂੰ ਮੇਰੀ ਪਸੰਦ ਦਾ ਖਿਆਲ ਤਾਂ ਰੱਖਣਾ ਚਾਹੀਦਾ ਸੀ। ਆਪਣੇ ਸਹੁਰੇ ਦੇ ਮੂੰਹ ਤੋਂ ਆਪਣੇ ਬਾਰੇ ਇਹ ਸਭ ਸੁਣ ਕੇ ਮੇਰਾ ਦਿਲ ਹੀ ਧੜਕਣਾ ਭੁੱਲ ਗਿਆ। ਹਾਲਾਂਕਿ ਮੁਕੇਸ਼ ਨੇ ਰਾਤ ਨੂੰ ਮੇਰੇ ਨਾਲ ਐਵੇਂ ਦੀ ਕੋਈ ਗੱਲ ਨਹੀਂ ਕੀਤੀ ਸੀ, ਉਹ ਤਾਂ ਮੇਰੀ ਤਾਰੀਫ ਹੀ ਕਰ ਰਹੇ ਸੀ। ਹਾਂ, ਮੈਨੂੰ ਯਾਦ ਹੈ ਕਿ ਰਾਤ ਨੂੰ 3-4 ਵਜੇ ਉਹ ਕਮਰੇ ਤੋਂ ਬਾਹਰ ਗਏ ਸੀ। ਕੁਝ ਦੇਰ ਬਾਅਦ ਵਾਪਸ ਵੀ ਆ ਗਏ ਸੀ। ਮੈਂ ਚੁੱਪਚਾਪ ਹੱਕੀ ਬੱਕੀ ਆਪਣੇ ਸਹੁਰੇ ਦੀ ਸ਼ਕਲ ਦੇਖ ਰਹੀ ਸੀ। ਫਿਰ ਮੇਰੇ ਤੋਂ ਨਜ਼ਰਾਂ ਚੁਰਾ ਕੇ ਕਹਿਣ ਲੱਗੇ, ਮੈਨੂੰ ਮਾफ़ ਕਰਨਾ, ਮੇਰੀ ਗੱਲ ਤੈਨੂੰ ਸ਼ਾਇਦ ਬਹੁਤ ਬੁਰੀ ਲੱਗ ਰਹੀ ਹੋਵੇਗੀ, ਪਰ ਤੂੰ ਚਿੰਤਾ ਨਾ ਕਰ। ਮੈਂ ਰਮੇਸ਼ ਨੂੰ ਬਹੁਤ ਗੁੱਸਾ ਕੀਤਾ ਹੈ। ਇਹ ਵੀ ਕਿਹਾ ਹੈ ਕਿ ਅੱਜ ਤੋਂ ਬਾਅਦ ਤੂੰ ਇੱਦਾਂ ਦੀ ਗੱਲ ਨਾ ਕਰੀਂ। ਉਸਨੇ ਤੈਨੂੰ ਤਾਂ ਕੁਝ ਨਹੀਂ ਕਿਹਾ ਨਾ? ਮੈਂ ਆਪਣੇ ਸਹੁਰੇ ਦੇ ਸਵਾਲ 'ਤੇ ਬਹੁਤ ਮੁਸ਼ਕਲ ਦੇ ਨਾਲ ਨਾਂਹ ਵਿੱਚ ਸਿਰ ਹਿਲਾ ਦਿੱਤਾ ਸੀ। ਮੈਨੂੰ ਤਾਂ ਰਮੇਸ਼ ਦੀ ਗੱਲ ਸੁਣ ਕੇ ਝਟਕਾ ਜਿਹਾ ਲੱਗਿਆ ਸੀ। ਉਹ ਆਪਣੇ ਪਿਤਾ ਨਾਲ ਮੇਰੇ ਬਾਰੇ ਅਜਿਹੀ ਗੱਲ ਕਰ ਰਹੇ ਸੀ। ਮੇਰੇ ਦਿਮਾਗ ਇਸ ਗੱਲ ਨੂੰ ਕਬੂਲ ਹੀ ਨਹੀਂ ਕਰ ਰਿਹਾ ਸੀ, ਕਿਉਂਕਿ ਰਮੇਸ਼ ਦਾ ਵਰਤਾਓ ਰਾਤ ਨੂੰ ਮੇਰੇ ਨਾਲ ਬਹੁਤ ਚੰਗਾ ਸੀ। ਮੈਂ ਆਪਣੇ ਸਹੁਰੇ ਦੀ ਅਗਲੀ ਗੱਲ 'ਤੇ ਬਹੁਤ ਹੀ ਜ਼ਿਆਦਾ ਹੈਰਾਨ ਹੋਈ। ਉਹ ਕਹਿਣ ਲੱਗੇ, ਸ਼ੁਕਰ ਹੈ ਕਿ ਤੇਰੇ ਸਾਹਮਣੇ ਉਹਨੇ ਇੱਦਾਂ ਦੀ ਕੋਈ ਗੱਲ ਨਹੀਂ ਕੀਤੀ। ਮੈਂ ਉਸ ਨੂੰ ਕਿਹਾ ਹੈ ਕਿ ਬੱਚੀ ਆ, ਉਸ ਦਾ ਦਿਲ ਰੱਖ ਲਾ, ਉਸ ਦਾ ਦਿਲ ਨਾ ਦੁਖਾ ਦੇਣਾ। ਹੁਣ ਜੋ ਹੋਣਾ ਸੀ ਉਹ ਤਾਂ ਹੋ ਚੁੱਕਿਆ, ਪਰ ਫਿਲਹਾਲ ਮੈਨੂੰ ਨਹੀਂ ਪਤਾ ਸੀ ਕਿ ਰਿਸ਼ਤੇ ਕਰਵਾਉਣ ਵਾਲੀ ਐਵੇਂ ਧੋਖਾ ਵੀ ਕਰ ਸਕਦੀ ਆ। ਪੁਰਾਣਾ ਬੁਰਾ ਨਾ ਮੰਨੀ ਪੁੱਤ, ਪਰ ਜਦੋਂ ਮੈਂ ਤੈਨੂੰ ਦੇਖਣ ਆਇਆ ਸੀ ਤਾਂ ਤੂੰ ਮੇਕਅਪ ਕਰ ਰੱਖਿਆ ਸੀ। ਉਸ ਸਮੇਂ ਤਾਂ ਮੈਨੂੰ ਤੇਰਾ ਰੰਗ ਬਿਲਕੁਲ ਗੋਰਾ ਚਿੱਟਾ ਲੱਗਿਆ ਸੀ, ਪਰ ਅਸਲੀ ਰੰਗ ਤਾਂ। ਸਹੁਰੇ ਦੀ ਗੱਲ 'ਤੇ ਮੈਂ ਚੁੱਪ ਦੀ ਚੁੱਪ ਰਹਿ ਗਈ। ਸਮਝ ਹੀ ਨਹੀਂ ਆ ਰਿਹਾ ਸੀ ਕਿ ਕੀ ਜਵਾਬ ਦੇਵਾਂ ਉਹਨਾਂ ਨੂੰ। ਹਾਂ, ਸੱਚ ਇਹ ਹੈ ਕਿ ਜਦੋਂ ਪਹਿਲੀ ਵਾਰ ਮੇਰਾ ਸਹੁਰਾ ਮੈਨੂੰ ਦੇਖਣ ਆਇਆ ਸੀ ਤਾਂ ਮੈਂ ਹਲਕਾ ਫੁਲਕਾ ਮੇਕਅਪ ਕਰ ਰੱਖਿਆ ਸੀ, ਤੇ ਅੱਜ ਕੱਲ੍ਹ ਤਾਂ ਹਰ ਕੁੜੀ ਹੀ ਕੁਝ ਨਾ ਕੁਝ ਸਜੀ ਸਵਰੀ ਹੋਈ ਹੁੰਦੀ ਆ। ਮੇਰਾ ਰਿਸ਼ਤਾ ਜਦੋਂ ਰਮੇਸ਼ ਨਾਲ ਤੈਅ ਹੋਇਆ ਤਾਂ ਮੈਨੂੰ ਤਾਂ ਇਹ ਤਸੱਲੀ ਸੀ ਕਿ ਨਨਾਣ ਤੇ ਸੱਸ ਮੈਨੂੰ ਇੱਥੇ ਨਹੀਂ ਮਿਲੇਗੀ ਜੋ ਮੇਰੇ ਤੋਂ ਜਾਂ ਮੇਰੇ ਕੰਮਾਂ ਵਿੱਚ ਨੁਕਸ ਕੱਢੇਗੀ, ਪਰ ਮੈਨੂੰ ਨਹੀਂ ਪਤਾ ਸੀ ਕਿ ਵਿਆਹ ਦੀ ਅਗਲੀ ਸਵੇਰ ਹੀ ਮੇਰਾ ਸਹੁਰਾ ਮੇਰੇ ਵਿੱਚ ਕਮੀਆਂ ਕੱਢਣੀਆਂ ਸ਼ੁਰੂ ਕਰ ਦੇਵੇਗਾ। ਫਿਲਹਾਲ ਮੇਰਾ ਦਿਲ ਤਾਂ ਬੇਚੈਨ ਜਿਹਾ ਹੋ ਕੇ ਰਹਿ ਗਿਆ। ਜਿਵੇਂ ਹੀ ਵਿਆਹ ਲੰਘਿਆ, ਰਿਸੈਪਸ਼ਨ ਵੀ ਲੰਘ ਗਈ ਤੇ ਵਿਆਹ ਦੀ ਦੂਜੀ ਸਵੇਰ ਹੀ ਮੈਂ ਰਸੋਈ ਦਾ ਕੰਮ ਵੀ ਸੰਭਾਲ ਲਿਆ, ਕਿਉਂਕਿ ਘਰ ਵਿੱਚ ਸਿਰਫ ਮੇਰਾ ਪਤੀ ਤੇ ਸਹੁਰਾ ਸੀ। ਮੇਰਾ ਸਹੁਰਾ ਵੀ ਬਹੁਤ ਚੰਗੇ ਸੁਭਾਅ ਦਾ ਸੀ, ਪਿਆਰ ਨਾਲ ਹਰ ਗੱਲ ਸਮਝਾਉਂਦਾ ਸੀ, ਪਰ ਉਹ ਜੋ ਗੱਲ ਮੈਨੂੰ ਰਮੇਸ਼ ਬਾਰੇ ਦੱਸਦੇ ਸੀ ਉਹ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀ ਸੀ। ਜਿਵੇਂ ਹੀ ਰਮੇਸ਼ ਦਫ਼ਤਰ ਜਾਂਦੇ, ਮੇਰਾ ਸਹੁਰਾ ਤੁਰੰਤ ਮੇਰੇ ਕਮਰੇ ਵਿੱਚ ਆ ਜਾਂਦਾ। ਉਹ ਉਸ ਸਮੇਂ ਰਮੇਸ਼ ਦੀਆਂ ਬਿਖਰੀਆਂ ਚੀਜ਼ਾਂ ਮੈਂ ਸਮੇਟ ਰਹੀ ਹੁੰਦੀ ਸੀ। ਕਮਰੇ ਦੇ ਦਰਵਾਜ਼ੇ 'ਤੇ ਦਸਤਕ ਹੋਣ ਲੱਗਦੀ ਤੇ ਦਰਵਾਜ਼ਾ ਖੁੱਲ੍ਹ ਜਾਂਦਾ। ਮੇਰਾ ਸਹੁਰਾ ਹੱਸਦੇ ਮੁਸਕਰਾਉਂਦੇ ਹੋਏ ਕਮਰੇ ਵਿੱਚ ਦਾਖਲ ਹੋ ਜਾਂਦਾ। ਫਿਰ ਕਹਿੰਦਾ, ਜਲਦੀ ਨਾਲ ਨਾਸ਼ਤਾ ਬਣਾ, ਫਿਰ ਆਪਾਂ ਦੋਵੇਂ ਮਿਲ ਕੇ ਗੱਲਾਂ ਕਰਾਂਗੇ। ਉਹ ਦੋਸਤ ਦੇ ਅੰਦਾਜ਼ ਨਾਲ ਗੱਲ ਕਰਦੇ। ਮੈਂ ਥਕਾਨ ਤੇ ਨੀਂਦ ਦੇ ਬਾਵਜੂਦ ਵੀ ਉਹਨਾਂ ਨੂੰ ਇਹ ਤੱਕ ਨਹੀਂ ਕਹਿੰਦੀ ਸੀ ਕਿ ਮੈਂ ਕੁਝ ਦੇਰ ਆਰਾਮ ਕਰਨਾ ਚਾਹੁੰਦੀ ਹਾਂ। ਜੋ ਚੀਜ਼ ਮੇਰੇ ਲਈ ਉਲਝਣ ਭਰੀ ਸੀ ਉਹ ਇਹ ਵੀ ਸੀ ਕਿ ਉਹ ਹਰ ਸਮੇਂ ਮੇਰੇ ਨਾਲ ਪਰਛਾਵੇਂ ਦੀ ਤਰ੍ਹਾਂ ਰਹਿੰਦੇ ਸੀ। ਮੈਂ ਰਸੋਈ ਵਿੱਚ ਕੰਮ ਕਰ ਰਹੀ ਹੁੰਦੀ ਤਾਂ ਮੇਰੇ ਸਿਰ 'ਤੇ ਆ ਕੇ ਖੜ੍ਹੇ ਹੋ ਜਾਂਦੇ। ਖਾਣਾ ਬਣਾਉਂਦੀ ਤਾਂ ਮੈਨੂੰ ਟੋਕਦੇ ਰਹਿੰਦੇ, ਇੱਦਾਂ ਨਹੀਂ, ਐਵੇਂ ਨਹੀਂ ਜਿਵੇਂ ਤੂੰ ਬਣਾਉਣੀ ਆ। ਫਿਰ ਕਹਿੰਦੇ ਕਿ ਇੱਕ ਤਾਂ ਤੂੰ ਰਮੇਸ਼ ਨੂੰ ਵੈਸੇ ਵੀ ਸ਼ਕਲ ਤੋਂ ਪਸੰਦ ਨਹੀਂ, ਤੇ ਹੁਣ ਜੇ ਤੂੰ ਪਤੀ ਦੇ ਪੇਟ ਨੂੰ ਵੀ ਪਾਰ ਨਾ ਕੀਤਾ ਤਾਂ ਦਿਲ ਤੱਕ ਕਿਵੇਂ ਪਹੁੰਚੇਗੀ। ਕਦੇ ਕਹਿੰਦੇ ਤੂੰ ਰੋਟੀ ਗੋਲ ਨਹੀਂ ਬਣਾਉਂਦੀ, ਰਮੇਸ਼ ਤਾਂ ਰੋਟੀ ਦੇਖ ਕੇ ਹੀ ਖਾਣਾ ਛੱਡ ਦੇਵੇਗਾ। ਹਰ ਸਮੇਂ ਜੇ ਕੋਈ ਸਿਰ 'ਤੇ ਸਵਾਰ ਰਹੇ ਤਾਂ ਇਨਸਾਨ ਉਲਝਣ ਦਾ ਸ਼ਿਕਾਰ ਹੋ ਹੀ ਜਾਂਦਾ। ਮੈਂ ਵੀ ਸਹੁਰੇ ਦੇ ਪ੍ਰਤਾਪ ਤੋਂ ਪਰੇਸ਼ਾਨ ਹੋ ਚੁੱਕੀ ਸੀ, ਪਰ ਇੱਕ ਵਾਰ ਜੋ ਕੁਝ ਮੇਰੇ ਨਾਲ ਹੋਇਆ ਸੀ, ਦਿਮਾਗ ਕੰਮ ਕਰਨਾ ਛੱਡ ਗਿਆ। ਸ਼ਾਮ ਹੁੰਦੇ ਮੇਰੇ ਸਹੁਰੇ ਨੇ ਕਿਹਾ, ਰਾਤ ਨੂੰ ਤੈਨੂੰ ਕਿਤੇ ਵੀ ਘੁੰਮਣ ਫਿਰਨ ਲਈ ਰਮੇਸ਼ ਤਾਂ ਲੈ ਕੇ ਨਹੀਂ ਜਾਵੇਗਾ। ਜ਼ਾਹਿਰ ਹੈ ਕਿ ਤੂੰ ਉਸ ਨੂੰ ਪਸੰਦ ਨਹੀਂ, ਪਰ ਤੇਰੇ ਵੀ ਕੁਝ ਸੁਪਨੇ ਹੋਣਗੇ। ਤੂੰ ਵੀ ਘਰ ਵਿੱਚ ਬਹੁਤ ਕੁਝ ਸੋਚ ਸਮਝ ਕੇ ਆਈ ਹੋਵੇਂਗੀ, ਬਹੁਤ ਸੁਪਨੇ ਸਜਾਏ ਹੋਣਗੇ। ਚੱਲ ਤੂੰ ਤਿਆਰ ਹੋ ਜਾ, ਮੈਂ ਤੈਨੂੰ ਮਾਰਕੀਟ ਵਿੱਚ ਲੈ ਕੇ ਚੱਲਦਾ ਹਾਂ, ਕੁਝ ਸ਼ਾਪਿੰਗ ਕਰ ਲੈਣਾ। ਬਸ ਉਹ ਕਹਿਣ ਨੂੰ ਮੇਰਾ ਸਹੁਰਾ ਸੀ, ਪਰ ਲੱਗਦਾ ਸੀ ਜਿਵੇਂ ਪੂਰੀ ਸੱਸ ਹੋਵੇ। ਮੈਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਂਦੀ ਕਿ ਉਹਨਾਂ ਦਾ ਦਿਲ ਜਿੱਤਾਂ,
ਪਰ ਮੇਰਾ ਕੋਈ ਕੰਮ ਉਹਨਾਂ ਨੂੰ ਪਸੰਦ ਹੀ ਨਹੀਂ ਆਉਂਦਾ ਸੀ। ਉਹ ਮੇਰੇ ਹਰ ਕੰਮ ਵਿੱਚ ਨੁਕਸ ਕੱਢਦੇ ਤੇ ਕਹਿੰਦੇ ਕਿ ਰਮੇਸ਼ ਨੂੰ ਇਹ ਸਭ ਚੀਜ਼ਾਂ ਪਸੰਦ ਨਹੀਂ ਹਨ। ਮੈਂ ਬਾਜ਼ਾਰ ਜਾਣ ਤੋਂ ਮਨਾ ਕਰ ਦਿੱਤਾ। ਮੈਂ ਕਿਹਾ ਨਹੀਂ ਰਹਿਣ ਦੇਵੋ, ਮੇਰਾ ਦਿਲ ਨਹੀਂ ਕਰਦਾ। ਪਰ ਫਿਰ ਵੀ ਉਹ ਮੈਨੂੰ ਜ਼ਬਰਦਸਤੀ ਬਾਜ਼ਾਰ ਲੈ ਗਏ। ਕਹਿਣ ਲੱਗੇ ਮੈਂ ਤੈਨੂੰ ਤੋਹਫੇ ਵਿੱਚ ਬਹੁਤ ਸੁੰਦਰ ਜੋੜਾ ਦੇਣਾ ਚਾਹੁੰਦਾ। ਉਹ ਮੈਨੂੰ ਮਾਲ ਲੈ ਗਏ ਤੇ ਫਿਰ ਕਹਿਣ ਲੱਗੇ ਤੂੰ ਆਪਣੀ ਪਸੰਦ ਦਾ ਕੋਈ ਵੀ ਜੋੜਾ ਪਸੰਦ ਕਰ ਲੈ। ਮੈਨੂੰ ਇੱਕ ਕਾਲੇ ਰੰਗ ਦਾ ਸੂਟ ਪਸੰਦ ਆਇਆ। ਮੈਂ ਕਿਹਾ ਇਹ ਬਹੁਤ ਸੋਹਣਾ ਹੈ। ਤਾਂ ਉਹ ਜ਼ੋਰ ਨਾਲ ਹੱਸ ਕੇ ਕਹਿਣ ਲੱਗੇ ਕਿ ਪਹਿਲਾਂ ਹੀ ਤੇਰਾ ਰੰਗ ਘੱਟ ਕਾਲਾ, ਜੋ ਤੂੰ ਕਾਲਾ ਰੰਗ ਪਹਿਨ ਕੇ ਇਸ ਨੂੰ ਹੋਰ ਕਾਲਾ ਦਿਖਾਉਣਾ ਚਾਹੁੰਦੀ ਆ। ਉਹਨਾਂ ਨੇ ਮੈਨੂੰ ਹਲਕੇ ਫਰੋਜੀ ਰੰਗ ਦਾ ਸੂਟ ਲੈ ਦਿੱਤਾ। ਇਹ ਰੰਗ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ, ਪਰ ਮੈਂ ਚੁੱਪ ਹੋ ਗਈ। ਮੇਰਾ ਸਹੁਰਾ ਕਹਿਣ ਲੱਗਿਆ ਜਿਵੇਂ ਤੇਰਾ ਰੰਗ ਹੈ ਉਸ 'ਤੇ ਹਲਕੇ ਰੰਗ ਹੀ ਚੰਗੇ ਲੱਗਣਗੇ। ਹੁਣ ਉਹ ਇਹ ਗੱਲ ਕਹਿ ਰਹੇ ਸੀ ਕਿ ਉਦੋਂ ਹੀ ਮੇਰੇ ਸਾਹਮਣੇ ਦੀ ਦੁਕਾਨ ਵਿੱਚ ਰਮੇਸ਼ ਨੂੰ ਇੱਕ ਕੁੜੀ ਨਾਲ ਦੇਖਿਆ। ਮੇਰੇ ਤਾਂ ਹੋਸ਼ ਉੱਡ ਗਏ। ਮੇਰੇ ਸਹੁਰੇ ਨੇ ਉਸ ਨੂੰ ਦੇਖ ਲਿਆ ਸੀ। ਰਮੇਸ਼ ਨਾਲ ਜੋ ਕੁੜੀ ਸੀ ਉਹ ਬਹੁਤ ਸੋਹਣੀ ਸੀ। ਉਸ ਨੂੰ ਦੇਖ ਕੇ ਮੇਰਾ ਸਹੁਰਾ ਕਹਿਣ ਲੱਗਿਆ ਦੇਖ ਲਿਆ ਤੂੰ ਰਮੇਸ਼ ਨੂੰ, ਮੈਂ ਤਾਂ ਤੈਨੂੰ ਕਿਹਾ ਸੀ ਇਹ ਹੁਸਨ ਪ੍ਰਸਤ ਆ। ਜਿੱਥੇ ਵੀ ਇਸ ਨੂੰ ਸੋਹਣੀ ਕੁੜੀ ਮਿਲੇਗੀ ਇਹ ਉੱਥੇ ਜਾਵੇਗਾ। ਸਾਹਮਣੇ ਰਮੇਸ਼ ਹੱਸ ਕੇ ਉਸ ਕੁੜੀ ਨਾਲ ਗੱਲਾਂ ਕਰ ਰਿਹਾ ਸੀ। ਇਹ ਦੇਖ ਕੇ ਮੇਰੇ ਹੰਝੂ ਵਹਿਣ ਲੱਗੇ। ਮੈਂ ਕੁਝ ਵੀ ਨਹੀਂ ਖਰੀਦਿਆ ਤੇ ਵਾਪਸ ਆ ਗਈ। ਮੇਰਾ ਦਿਲ ਕੀਤਾ ਕਿ ਹਰ ਚੀਜ਼ ਨੂੰ ਤਹਿਸ ਨਹਿਸ ਕਰ ਦੇਵਾਂ। ਕਿਵੇਂ ਉਹ ਦੋਹਰੀ ਸ਼ਖਸੀਅਤ ਦਾ ਮਾਲਕ ਸੀ, ਮੇਰੇ ਨਾਲ ਵੀ ਪਿਆਰ ਜਤਾਉਂਦਾ ਸੀ ਤੇ ਬਾਹਰ ਦੂਜੀਆਂ ਕੁੜੀਆਂ ਦੇ ਚੱਕਰ ਵਿੱਚ ਵੀ ਸੀ। ਮੇਰਾ ਸਹੁਰਾ ਕਹਿਣ ਲੱਗਿਆ ਕਿ ਦੇਖ ਪੁੱਤ, ਮੈਂ ਤਾਂ ਤੈਨੂੰ ਕਦੇ ਆਪਣੇ ਘਰ ਨੂੰ ਬਰਬਾਦ ਕਰਨ ਦੀ ਸਲਾਹ ਨਹੀਂ ਦੇਵਾਂਗਾ, ਪਰ ਮਰਦ ਆਜ਼ਾਦ ਪੰਛੀ ਹੁੰਦਾ, ਖਾਸ ਤੌਰ 'ਤੇ ਜੇ ਉਹ ਹੁਸਨ ਪ੍ਰਸਤ ਹੋਵੇ ਤੇ ਜਾਂ ਜੇ ਤੂੰ ਸੋਹਣੀ ਹੁੰਦੀ ਤਾਂ ਗੱਲ ਹੋਰ ਸੀ। ਪਰ ਦੇਖ ਤਾਂ ਇਹ ਸਮਾਂ ਰਮੇਸ਼ ਨੂੰ ਤੈਨੂੰ ਦੇਣਾ ਚਾਹੀਦਾ ਸੀ, ਪਰ ਉਹ ਕਿਸੇ ਹੋਰ ਸੋਹਣੀ ਕੁੜੀ ਨਾਲ ਘੁੰਮ ਰਿਹਾ। ਜੇ ਤੂੰ ਸੋਹਣੀ ਹੁੰਦੀ ਤਾਂ ਅੱਜ ਉਸ ਦੀ ਜਗ੍ਹਾ ਤੂੰ ਉਸ ਨਾਲ ਘੁੰਮ ਰਹੀ ਹੁੰਦੀ। ਮੈਂ ਆਪਣੇ ਮੁੰਡੇ ਦੇ ਸੁਭਾਅ ਤੋਂ ਬਹੁਤ ਚੰਗੀ ਤਰ੍ਹਾਂ ਵਾਕਿਫ ਹਾਂ। ਮੇਰਾ ਰੋ ਰੋ ਕੇ ਬੁਰਾ ਹਾਲ ਸੀ। ਮੇਰੇ ਸਹੁਰੇ ਨੇ ਪਾਣੀ ਦਾ ਗਲਾਸ ਮੈਨੂੰ ਫੜਾਇਆ ਤੇ ਬਿਲਕੁਲ ਮੇਰੇ ਬਰਾਬਰ ਬੈਠ ਗਿਆ ਤੇ ਆਪਣੇ ਹੱਥ ਨਾਲ ਮੇਰਾ ਸਿਰ ਸਹਿਲਾਉਣ ਲੱਗਿਆ। ਕਹਿਣ ਲੱਗਿਆ ਪਰੇਸ਼ਾਨ ਨਾ ਹੋ, ਮੈਂ ਰਮੇਸ਼ ਨੂੰ ਸਮਝਾਊਂਗਾ, ਪਰ ਉਸ ਦੀ ਗਰੰਟੀ ਨਹੀਂ ਲੈ ਸਕਦਾ। ਮੈਂ ਪੂਰਾ ਦਿਨ ਰਮੇਸ਼ ਦੀ ਖਾਤਰ ਉਸ ਦੀ ਪਸੰਦ ਦਾ ਖਾਣਾ ਬਣਾਉਂਦੀ, ਉਸ ਦੇ ਘਰ ਨੂੰ ਸਜਾਉਂਦੀ, ਸਵਾਰ ਕੇ ਖੁਦ ਨੂੰ ਵੀ ਉਸ ਦੇ ਰੰਗ ਵਿੱਚ ਢਾਲਣ ਦੀ ਕੋਸ਼ਿਸ਼ ਕਰਦੀ, ਪਰ ਫਿਰ ਵੀ ਉਸ ਨੂੰ ਮੇਰੀ ਕੋਈ ਵੀ ਕੁਰਬਾਨੀ ਨਜ਼ਰ ਹੀ ਨਹੀਂ ਆਉਂਦੀ ਸੀ। ਰਾਤ ਨੂੰ ਜਦੋਂ ਰਮੇਸ਼ ਘਰ ਪਹੁੰਚਿਆ ਤਾਂ ਮੈਂ ਆਪਣੇ ਕਮਰੇ ਵਿੱਚ ਬੈਠੀ ਰੋ ਰਹੀ ਸੀ। ਮੈਨੂੰ ਦੇਖ ਕੇ ਕਹਿਣ ਲੱਗਿਆ ਤੈਨੂੰ ਕੀ ਹੋਇਆ, ਤਬੀਅਤ ਤਾਂ ਠੀਕ ਆ? ਮੇਰਾ ਜੀ ਤਾਂ ਕਰ ਰਿਹਾ ਸੀ ਕਿ ਉਸ ਨੂੰ ਦੱਸ ਦੇਵਾਂ ਕਿ ਮੈਂ ਤੇਰੀ ਸੱਚਾਈ ਜਾਣ ਗਈ ਹਾਂ, ਪਰ ਮੇਰੇ ਸਹੁਰੇ ਨੇ ਮੈਨੂੰ ਸਖਤੀ ਨਾਲ ਮਨਾ ਕੀਤਾ ਤੇ ਕਿਹਾ ਕਿ ਪੁੱਤ ਇਸ ਤਰ੍ਹਾਂ ਨਾਲ ਤੇਰਾ ਘਰ ਬਰਬਾਦ ਹੋ ਜਾਵੇਗਾ। ਜੇ ਰਮੇਸ਼ ਨੂੰ ਇਹ ਗੱਲ ਦਾ ਪਤਾ ਚੱਲ ਗਿਆ ਕਿ ਤੂੰ ਜਾਣਦੀ ਆ ਉਸ ਦਾ ਬਾਹਰ ਦੂਜੀਆਂ ਕੁੜੀਆਂ ਨਾਲ ਚੱਕਰ ਆ ਤਾਂ ਉਹ ਨਿੱਡਰ ਹੋ ਜਾਵੇਗਾ। ਮੈਂ ਸਿਰ ਦਰਦ ਦਾ ਬਹਾਨਾ ਬਣਾ ਦਿੱਤਾ ਤੇ ਕਹਿਣ ਲੱਗਿਆ ਚੱਲ ਤੈਨੂੰ ਡਾਕਟਰ ਕੋਲ ਲੈ ਜਾਵਾਂ। ਇੱਕ ਤਾਂ ਤੂੰ ਪਹਿਲਾਂ ਤੋਂ ਹੀ ਕਾਲੀ ਆ, ਰੋ ਰੋ ਕੇ ਤੂੰ ਹੋਰ ਵੀ ਆਪਣੀ ਹਾਲਤ ਖਰਾਬ ਕਰ ਲਈ। ਜਰਾ ਵੀ ਚੰਗੀ ਨਹੀਂ ਲੱਗ ਰਹੀ। ਮੇਰੇ ਮੂੰਹ ਤੇ ਹਲਕੀ ਜਿਹੀ ਥਪਕੀ ਲਗਾ ਕੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ। ਇਹ ਸੁਣ ਕੇ ਤਾਂ ਮੇਰਾ ਦਿਲ ਜਿਵੇਂ ਧੜਕਣਾ ਹੀ ਭੁੱਲ ਗਿਆ। ਮੈਂ ਕਿਹਾ ਜੇ ਮੈਂ ਇੰਨੀ ਬੁਰੀ ਸੀ ਤਾਂ ਮੇਰੇ ਨਾਲ ਵਿਆਹ ਨਾ ਕਰਦੇ। ਮੇਰੀ ਗੱਲ ਸੁਣ ਕੇ ਉਹ ਧਿਆਨ ਨਾਲ ਮੈਨੂੰ ਦੇਖਣ ਲੱਗਿਆ, ਫਿਰ ਹੱਸਦਾ ਹੋਇਆ ਕਹਿਣ ਲੱਗਿਆ ਬਹੁਤ ਵੱਡੀ ਗਲਤੀ ਹੋ ਗਈ, ਪਰ ਹੁਣ ਕੀ ਕਰਾਂ, ਗਲਤੀ ਤਾਂ ਕਰ ਬੈਠਿਆ, ਹੁਣ ਤਾਂ ਨਿਭਾਉਣਾ ਹੀ ਪਵੇਗਾ। ਇਹ ਕਹਿ ਕੇ ਹੱਸਦੇ ਹੋਏ ਮੇਰੇ ਬਰੋਬਰ ਬੈਠ ਗਏ, ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗੇ ਮੈਂ ਤਾਂ ਮਜ਼ਾਕ ਕਰ ਰਿਹਾ, ਚੱਲ ਉੱਠ ਤੈਨੂੰ ਡਾਕਟਰ ਕੋਲ ਲੈ ਕੇ ਚੱਲਦਾ। ਪਰ ਮੈਂ ਜਾਣਦੀ ਸੀ ਕਿ ਉਹ ਮਜ਼ਾਕ ਨਹੀਂ ਕਰ ਰਹੇ ਸੀ। ਸ਼ਾਇਦ ਮੇਰੇ ਸਹੁਰੇ ਨੇ ਉਹਨਾਂ ਨੂੰ ਗੁੱਸਾ ਕੀਤਾ ਸੀ, ਇਸ ਲਈ ਦਿਲ ਦੀ ਗੱਲ ਕਹਿਣ ਦੇ ਬਾਅਦ ਉਸ ਨੂੰ ਮਜ਼ਾਕ ਦਾ ਨਾਮ ਦੇ ਰਹੇ ਸੀ। ਮੈਂ ਆਪਣਾ ਹੱਥ ਉਹਨਾਂ ਦੇ ਹੱਥ 'ਚੋਂ ਖਿੱਚ ਲਿਆ। ਮੈਂ ਕਿਹਾ ਮੈਨੂੰ ਕਿਤੇ ਨਹੀਂ ਜਾਣਾ, ਮੇਰੇ ਸਿਰ ਵਿੱਚ ਦਰਦ ਹੈ, ਦਵਾਈ ਖਾਊਂਗੀ ਠੀਕ ਹੋ ਜਾਊਗਾ। ਇਹ ਕਹਿ ਕੇ ਮੈਂ ਕਮਰੇ ਤੋਂ ਬਾਹਰ ਨਿਕਲ ਗਈ, ਪਰ ਮੇਰਾ ਦਿਲ ਬਹੁਤ ਦੁਖੀ ਹੋ ਚੁੱਕਿਆ ਸੀ। ਪਤੀ ਜੇ ਪਤਨੀ ਨੂੰ ਪਿਆਰ ਨਾ ਦੇਵੇ ਤਾਂ ਉਸ ਦੀਆਂ ਕਮੀਆਂ ਵਿੱਚ ਨਜ਼ਰ ਰੱਖੇ ਤਾਂ ਹੌਲੀ ਹੌਲੀ ਪਤਨੀ ਦਾ ਪਿਆਰ ਵੀ ਘੱਟ ਹੁੰਦਾ ਚਲਾ ਜਾਂਦਾ। ਮੇਰਾ ਦਿਲ ਵੀ ਰਮੇਸ਼ ਦੀ ਤਰ੍ਹਾਂ ਉਸ ਵੱਲੋਂ ਹਟਣ ਲੱਗਿਆ ਸੀ। ਇੱਕ ਦਿਨ ਸਹੁਰੇ ਨੇ ਕਿਹਾ ਕਿ ਉਹਨਾਂ ਦੀ ਰਿਸ਼ਤੇਦਾਰੀ ਵਿੱਚ ਕਿਸੇ ਦਾ ਵਿਆਹ
ਇਸ ਲਈ ਮੈਂ ਤਿਆਰ ਹੋ ਜਾਵਾਂ। ਮੈਂ ਇੱਕ ਬਹੁਤ ਸੋਹਣਾ ਸੂਟ ਕੱਢਿਆ ਜੋ ਲਾਲ ਰੰਗ ਦਾ ਸੀ ਤੇ ਇਸ ਤਿਆਰ ਵੀ ਪੂਰੇ ਦਿਲ ਤੋਂ ਹੋਈ ਸੀ। ਸ਼ੀਸ਼ੇ ਵਿੱਚ ਖੁਦ ਨੂੰ ਦੇਖਿਆ ਤਾਂ ਮੈਨੂੰ ਖੁਦ ਤੇ ਪਿਆਰ ਆਇਆ, ਕਿਉਂਕਿ ਮੈਂ ਇੰਨੀ ਵੀ ਕਾਲੀ ਨਹੀਂ ਸੀ, ਹਲਕਾ ਜਿਹਾ ਸਾਵਲਾ ਰੰਗ ਸੀ ਮੇਰਾ। ਮੇਰੇ ਤੇ ਪਹਿਨਿਆ ਹੋਇਆ ਉਹ ਸੂਟ ਬਹੁਤ ਸੋਹਣਾ ਲੱਗ ਰਿਹਾ ਸੀ। ਉਸ ਸਮੇਂ ਰਮੇਸ਼ ਕਮਰੇ ਵਿੱਚ ਦਾਖਲ ਹੋਏ ਤੇ ਮੈਨੂੰ ਦੇਖ ਕੇ ਕੁਝ ਪਲ ਲਈ ਮੈਨੂੰ ਦੇਖਦੇ ਹੀ ਰਹਿ ਗਏ। ਉਸ ਦਿਨ ਮੈਨੂੰ ਲੱਗਿਆ ਜਿਵੇਂ ਮੈਂ ਜਿੱਤ ਗਈ ਹਾਂ। ਸ਼ਾਇਦ ਮੇਰੇ ਪਤੀ ਦਾ ਦਿਲ ਮੇਰੇ ਵੱਲ ਆਕਰਸ਼ਿਤ ਹੋਣ ਲੱਗਿਆ ਹੈ। ਉਹ ਮੇਰੇ ਬਰਾਬਰ ਖੜੇ ਹੋ ਗਏ, ਕਹਿਣ ਲੱਗੇ ਕਿ ਤੂੰ ਜਿੰਨੀ ਮਰਜ਼ੀ ਸਜ ਸਵਰ ਲੈ, ਦੇਖ ਮੇਰੇ ਤੋਂ ਤਾਂ ਘੱਟ ਹੀ ਸੋਹਣੀ ਲੱਗਦੀ ਆ। ਇਹ ਕਹਿ ਕੇ ਉਹਨਾਂ ਨੇ ਮੈਨੂੰ ਆਪਣੇ ਨਾਲ ਖੜਾ ਕੀਤਾ, ਆਪਣੀ ਬਾਂਹ ਫੈਲਾ ਕੇ ਮੈਨੂੰ ਆਪਣੇ ਕੋਲ ਵੀ ਕੀਤਾ। ਫਿਰ ਮੇਰੇ ਸਾਹਮਣੇ ਸ਼ੀਸ਼ੇ ਵੱਲ ਵਿਖਾਉਣ ਲੱਗੇ। ਮੇਰਾ ਤਾਂ ਦਿਲ ਟੁੱਟ ਗਿਆ। ਮੈਂ ਤਾਂ ਪਿਛਲੇ 1 ਘੰਟੇ ਤੋਂ ਖੁਦ ਨੂੰ ਸਜਾ ਰਹੀ ਸੀ ਤੇ ਮੈਨੂੰ ਲੱਗ ਰਿਹਾ ਸੀ ਕਿ ਮੇਰੀ ਸਾਰੀ ਤਿਆਰੀ ਹੋ ਚੁੱਕੀ ਆ, ਪਰ ਹੁਣ ਮੈਨੂੰ ਆਪਣਾ ਚਿਹਰਾ ਸ਼ੀਸ਼ੇ ਵਿੱਚ ਬਦਸੂਰਤ ਜਿਹਾ ਲੱਗਣ ਲੱਗਿਆ ਸੀ। ਸ਼ਾਇਦ ਮੇਰਾ ਸਹੁਰਾ ਸਹੀ ਕਹਿੰਦਾ ਸੀ, ਦੁਲਹਨ ਉਹੀ ਜੋ ਪਤੀ ਦੇ ਮਨ ਨੂੰ ਚੰਗੀ ਲੱਗੇ। ਮੈਂ ਤੁਰੰਤ ਰਮੇਸ਼ ਤੋਂ ਪਿੱਛੇ ਹਟ ਗਈ, ਗੁੱਸੇ ਵਿੱਚ ਆਪਣੇ ਗਹਿਣੇ ਉਤਾਰਨ ਲੱਗੀ। ਸਾਹਮਣੇ ਰੱਖੇ ਟਿਸ਼ੂ ਡੱਬੇ ਵਿੱਚੋਂ ਮੈਂ ਟਿਸ਼ੂ ਲਿਆ ਤੇ ਆਪਣਾ ਮੇਕਅਪ ਸਮਾਨ ਸਾਫ਼ ਕਰਨ ਲੱਗੀ। ਮੇਰੀ ਇਸ ਹਰਕਤ ਨੂੰ ਦੇਖ ਕੇ ਰਮੇਸ਼ ਇੱਕਦਮ ਹੈਰਾਨ ਹੋ ਗਿਆ। ਕਹਿਣ ਲੱਗਿਆ, ਨਿਸ਼ਾ ਇਹ ਕੀ ਹਰਕਤ ਆ, ਇਹ ਕੀ ਕਰ ਰਹੀ ਆ? ਅਸੀਂ ਪਹਿਲਾਂ ਹੀ ਲੇਟ ਹੋ ਰਹੇ ਹਾਂ। ਮੈਂ ਗੁੱਸੇ ਨਾਲ ਕਿਹਾ ਕਿ ਮੈਨੂੰ ਕਿਤੇ ਨਹੀਂ ਜਾਣਾ। ਉਹ ਮੈਨੂੰ ਕਹਿਣ ਲੱਗਿਆ ਕਿ ਬਚਪਨਾ ਛੱਡ ਨਿਸ਼ਾ, ਛੋਟੀ ਜਿਹੀ ਗੱਲ ਦਾ ਇੰਨਾ ਤਮਾਸ਼ਾ ਨਾ ਬਣਾ। ਮੈਂ ਕਿਹਾ ਮੈਨੂੰ ਉੱਥੇ ਜਾ ਕੇ ਵੀ ਆਪਣਾ ਮਜ਼ਾਕ ਨਹੀਂ ਉਡਵਾਉਣਾ, ਕਿਉਂਕਿ ਮੈਂ ਤਾਂ ਤੁਹਾਡੇ ਨਾਲ ਚੰਗੀ ਨਹੀਂ ਲੱਗਦੀ। ਉਹ ਉੱਥੇ ਬਹੁਤ ਸੋਹਣੀਆਂ ਕੁੜੀਆਂ ਆਈਆਂ ਹੋਣਗੀਆਂ, ਉੱਥੇ ਤਾਂ ਕਿਸੇ ਦੇ ਨਾਲ ਵੀ ਤੁਸੀਂ ਦਿਲ ਬਹਿਲਾ ਲੈਣਾ। ਮੇਰਾ ਇਹ ਕਹਿਣਾ ਸੀ ਕਿ ਇੱਕ ਜ਼ੋਰਦਾਰ ਥੱਪੜ ਰਮੇਸ਼ ਨੇ ਮੇਰੇ ਮੂੰਹ 'ਤੇ ਮਾਰਿਆ। ਮੈਂ ਇਸ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਮੈਨੂੰ ਰਮੇਸ਼ ਤੋਂ ਇੱਦਾਂ ਦੀ ਉਮੀਦ ਹਰਗਿਜ਼ ਵੀ ਨਹੀਂ ਸੀ। ਉਹ ਕਹਿਣ ਲੱਗਿਆ ਕਿ ਸਮਝ ਰੱਖਿਆ ਤੂੰ ਮੈਨੂੰ ਕਿਵੇਂ ਗੱਲ ਕਰ ਰਹੀ ਆ ਤੂੰ ਮੇਰੇ ਨਾਲ? ਰਮੇਸ਼ ਦੇ ਬੋਲਣ ਦਾ ਅੰਦਾਜ਼ ਇੰਨਾ ਬੁਲੰਦ ਸੀ ਕਿ ਸਾਡੀ ਆਵਾਜ਼ ਬਾਹਰ ਤੱਕ ਜਾ ਰਹੀ ਸੀ। ਮੈਂ ਕਿਹਾ ਕਿ ਮੇਰੇ ਸਾਹਮਣੇ ਖੁਦ ਤੇ ਸ਼ਰਾਫਤ ਦਾ ਪਰਦਾ ਨਾ ਪਾਇਆ ਕਰ। ਕੀ ਕੀਤਾ ਹੈ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ। ਮੈਂ ਵੀ ਬਰਦਾਸ਼ਤ ਕਰਕੇ ਥੱਕ ਚੁੱਕੀ ਹਾਂ। ਪਰ ਜਿਵੇਂ ਮੇਰੇ ਸਬਰ ਦਾ ਬੰਨ੍ਹ ਟੁੱਟ ਚੁੱਕਿਆ ਸੀ, ਉਹਨਾਂ ਨੇ ਮੈਨੂੰ ਬਾਂਹ ਤੋਂ ਫੜਿਆ ਤੇ ਮੇਰੀ ਬਾਂਹ ਨੂੰ ਦਬਾ ਕੇ ਰੱਖ ਦਿੱਤਾ। ਮੈਂ ਚੀਕ ਮਾਰ ਕੇ ਰਹਿ ਗਈ। ਮੈਂ ਕਿਹਾ, ਮੇਰੀ ਬਾਂਹ ਛੱਡੋ। ਉਹ ਕਹਿੰਦਾ, ਪਹਿਲਾਂ ਇਹ ਦੱਸ ਕੀ ਕਰਦੇ ਦੇਖਿਆ ਤੂੰ ਮੈਨੂੰ, ਜੋ ਤੂੰ ਮੇਰੇ ਕਿਰਦਾਰ 'ਤੇ ਗੱਲ ਕਰ ਰਹੀ ਆ? ਮੈਂ ਵੀ ਤੇਰੇ ਕਿਰਦਾਰ 'ਤੇ ਉਂਗਲੀ ਉਠਾ ਸਕਦਾ ਹਾਂ, ਸਮਝੀ? ਬਹੁਤ ਕੁਝ ਜਾਣਦਾ ਤੇਰੇ ਬਾਰੇ ਵਿੱਚ, ਪਰ ਚੁੱਪ ਹਾਂ, ਬਰਦਾਸ਼ਤ ਕਰ ਰਿਹਾ। ਤੈਨੂੰ ਉਹਨਾਂ ਦੇ ਇਹ ਸ਼ਬਦ ਸੁਣ ਕੇ ਮੈਨੂੰ ਲੱਗਿਆ ਕਿ ਅਸਮਾਨ ਮੇਰੇ ਸਿਰ 'ਤੇ ਡਿੱਗ ਪਿਆ ਹੋਵੇ। ਬਸ ਇਸ ਚੀਜ਼ ਦੀ ਕਮੀ ਰਹਿ ਗਈ ਸੀ। ਮੈਂ ਕਿਹਾ, ਰਮੇਸ਼ ਮੈਨੂੰ ਛੱਡ। ਉਹ ਗੁੱਸੇ ਦੀਆਂ ਨਜ਼ਰਾਂ ਨਾਲ ਮੈਨੂੰ ਦੇਖ ਰਿਹਾ ਸੀ। ਕਹਿਣ ਲੱਗਿਆ, ਮੇਰੇ ਸਬਰ ਦਾ ਇਮਤਿਹਾਨ ਨਾ ਲੈ। ਪਤਾ ਨਹੀਂ ਕਿਵੇਂ ਮੈਂ ਤੈਨੂੰ ਬਰਦਾਸ਼ਤ ਕਰ ਰਿਹਾ। 10 ਮਿੰਟ ਦੇ ਰਿਹਾ, ਤੈਨੂੰ ਤਿਆਰ ਹੋ ਕੇ ਬਾਹਰ ਆ ਜਾ। ਜਿਸ ਤਰ੍ਹਾਂ ਨਾਲ ਉਹ ਮੈਨੂੰ ਗੁੱਸੇ ਨਾਲ ਬੋਲ ਰਿਹਾ ਸੀ, ਕਮਰੇ ਦੇ ਦਰਵਾਜ਼ੇ 'ਤੇ ਦਸਤਕ ਹੋਣ ਲੱਗੀ। ਉਹਨਾਂ ਨੇ ਮੇਰੀ ਬਾਂਹ ਛੱਡੀ ਤੇ ਕਮਰੇ ਦਾ ਦਰਵਾਜ਼ਾ ਖੋਲ੍ਹ ਦਿੱਤਾ। ਮੇਰਾ ਸਹੁਰਾ ਬਹੁਤ ਪਰੇਸ਼ਾਨ ਹੋ ਕੇ ਕਮਰੇ ਅੰਦਰ ਆਇਆ। ਕਹਿਣ ਲੱਗਿਆ, ਕੀ ਹੋ ਰਿਹਾ? ਕੀ ਇਹ ਸ਼ਰੀਫ ਘਰ ਵਾਲਿਆਂ ਦੇ ਤੌਰ ਤਰੀਕੇ ਹਨ? ਤੁਹਾਡੇ ਦੋਵਾਂ ਦੇ ਲੜਨ ਦੀ ਆਵਾਜ਼ ਆਂਢੀਆਂ ਗੁਆਂਢੀਆਂ ਦੇ ਘਰਾਂ ਤੱਕ ਪਹੁੰਚ ਰਹੀ ਆ। ਸਹੁਰਾ ਸ਼ਾਇਦ ਗੁੱਸੇ ਵਿੱਚ ਸੀ। ਰਮੇਸ਼ ਕਹਿਣ ਲੱਗਿਆ, ਸਮਝਾ ਦਿਓ ਇਸ ਨੂੰ। ਜੇ ਇਸ ਨੇ ਇਸ ਤਰ੍ਹਾਂ ਦੀ ਬਦਤਮੀਜ਼ੀ ਕੀਤੀ ਤਾਂ ਮੈਂ ਵੀ ਬਹੁਤ ਬੁਰਾ ਪੇਸ਼ ਆਊਂਗਾ ਇਸ ਨਾਲ। ਰਮੇਸ਼ ਕਮਰੇ ਤੋਂ ਬਾਹਰ ਚਲਾ ਗਿਆ ਤਾਂ ਸਹੁਰਾ ਮੇਰੇ ਕੋਲ ਆਇਆ। ਕਹਿਣ ਲੱਗਿਆ, ਕੀ ਗੱਲ ਆ? ਮੈਂ ਰੋਂਦੇ ਹੋਏ ਕਿਹਾ ਕਿ ਹਰ ਸਮੇਂ ਮੈਨੂੰ ਤਾਨੇ ਦਿੰਦੇ ਰਹਿੰਦੇ ਹਨ। ਜੇ ਮੈਂ ਇੰਨੀ ਹੀ ਨਾਪਸੰਦ ਸੀ ਤਾਂ ਨਾ ਕਰਦੇ ਮੇਰੇ ਨਾਲ ਵਿਆਹ। ਮੇਰੀ ਜ਼ਿੰਦਗੀ ਕਿਉਂ ਖਰਾਬ ਕੀਤੀ? ਮੈਂ ਥੱਕ ਚੁੱਕੀ ਸੀ। ਜਿਸ ਤਰ੍ਹਾਂ ਨਾਲ ਮੈਂ ਰੋ ਰਹੀ ਸੀ, ਮੇਰੇ ਸਹੁਰੇ ਨੇ ਮੇਰਾ ਸਿਰ ਆਪਣੇ ਮੋਢੇ ਨਾਲ ਲਾ ਲਿਆ। ਮੇਰਾ ਸਿਰ ਸਹਿਲਾਉਣ ਲੱਗਿਆ। ਕਹਿਣ ਲੱਗਿਆ, ਚੁੱਪ ਹੋ ਜਾ, ਇਹ ਤਾਂ ਹੈ ਹੀ ਇੱਦਾਂ ਦਾ। ਮੈਂ ਸਮਝਾਊਂਗਾ ਇਸ ਨੂੰ। ਮੈਂ ਤਾਂ ਚਾਹੁੰਦਾ ਕਿ ਤੁਹਾਡੇ ਦੋਹਾਂ ਦਾ ਘਰ ਬਸ ਜਾਵੇ, ਪਰ ਮੈਨੂੰ ਇੱਦਾਂ ਕੁਝ ਨਜ਼ਰ ਨਹੀਂ ਆ ਰਿਹਾ। ਦੇਖ ਪੁੱਤ, ਮਰਦ ਤਾਂ ਕਦੇ ਵੀ ਸਮਝੌਤਾ ਨਹੀਂ ਕਰਦੇ। ਔਰਤ ਨੂੰ ਹੀ ਝੁਕਣਾ ਪੈਂਦਾ। ਤੈਨੂੰ ਹੀ ਹਰ ਹਾਲ ਵਿੱਚ ਝੁਕਣਾ ਪਵੇਗਾ ਤੇ ਤੈਨੂੰ ਸਬਰ ਕਰਨਾ ਪਵੇਗਾ। ਮੈਂ ਪੜ੍ਹੀ ਲਿਖੀ ਸੀ, ਚੰਗੇ ਪਰਿਵਾਰ ਤੋਂ ਸੀ ਮੇਰਾ ਤਾਲੁਕ ਸੀ। ਇਸ ਦੇ ਬਾਵਜੂਦ ਵੀ ਮੈਂ ਰਮੇਸ਼ ਦੀ ਹਰ ਗੱਲ ਵਿੱਚ ਉਸ ਦਾ ਸਾਥ ਦਿੰਦੀ ਸੀ। ਪਰ ਫਿਰ ਵੀ ਜੇ ਉਸ ਨੂੰ ਮੇਰੇ ਵਿੱਚ ਨੁਕਸ ਹੀ ਨਜ਼ਰ ਆਉਂਦੇ ਸੀ ਤਾਂ ਮੈਂ ਕੀ ਕਰ ਸਕਦੀ ਸੀ? ਮੇਰੇ ਸਹੁਰੇ ਨੇ ਕਿਹਾ, ਫਿਲਹਾਲ ਤੂੰ ਤਿਆਰ ਹੋ ਜਾ, ਨਹੀਂ ਤਾਂ ਗੱਲ ਵੱਧ ਜਾਵੇਗੀ। ਮੈਂ ਦੁਬਾਰਾ ਤੋਂ ਬਿਨਾਂ ਤਿਆਰ ਹੋਈ
ਤੇ ਵਿਆਹ ਵਿੱਚ ਮੈਂ ਚੁੱਪ-ਚਾਪ ਇੱਕ ਕੋਨੇ ਵਿੱਚ ਬੈਠੀ ਰਹੀ। ਰਮੇਸ਼ ਮੈਨੂੰ ਘੂਰ ਕੇ ਦੇਖਦੇ ਰਹੇ। ਕੁਝ ਦਿਨ ਤਾਂ ਅਸੀਂ ਦੋਵੇਂ ਆਪਸ ਵਿੱਚ ਗੱਲਬਾਤ ਵੀ ਨਾ ਕੀਤੀ। ਇੱਕ ਵਾਰ ਕਿਸੇ ਨੇ ਬਾਹਰ ਤੋਂ ਦਰਵਾਜ਼ਾ ਖੜਕਾਇਆ। ਦਰਵਾਜ਼ਾ ਅਕਸਰ ਮੇਰਾ ਸਹੁਰਾ ਹੀ ਖੋਲ੍ਹਦਾ ਸੀ, ਪਰ ਉਹ ਕਮਰੇ ਤੋਂ ਬਾਹਰ ਨਹੀਂ ਆਏ। ਤਾਂ ਫਿਰ ਮੈਂ ਮੇਨ ਗੇਟ ਤੱਕ ਪਹੁੰਚ ਗਈ। ਮੈਂ ਪੁੱਛਿਆ, ਕੌਣ? ਤਾਂ ਕਹਿਣ ਲੱਗੇ, ਮੈਂ ਗਵਾਂਢ ਵਿੱਚੋਂ ਆਇਆ ਹਾਂ। ਮੈਂ ਦਰਵਾਜ਼ਾ ਖੋਲ੍ਹ ਦਿੱਤਾ। ਇੱਕ ਨੌਜਵਾਨ ਮੁੰਡਾ ਸੀ। ਕਹਿਣ ਲੱਗਿਆ, ਬਰਾਜ ਸਾਹਿਬ ਹਨ? ਉਹ ਮੇਰੇ ਸਹੁਰੇ ਬਾਰੇ ਪੁੱਛ ਰਹੇ ਸੀ। ਮੈਂ ਕਿਹਾ, ਹਾਂ ਹੈਗੇ ਹਨ। ਤਾਂ ਕਹਿਣ ਲੱਗੇ, ਉਹਨਾਂ ਨੇ ਮੈਨੂੰ ਘਰੇ ਬੁਲਾਇਆ ਹੈ। ਮੈਂ ਆਪਣੇ ਸਹੁਰੇ ਦੇ ਕਮਰੇ ਵੱਲ ਇਸ਼ਾਰਾ ਕੀਤਾ ਤੇ ਉਹ ਉੱਥੇ ਚਲਾ ਗਿਆ, ਪਰ ਮੇਰਾ ਦਿਮਾਗ ਉਸ ਸਮੇਂ ਚਕਰਾ ਕੇ ਰਹਿ ਗਿਆ ਜਦੋਂ ਸਾਹਮਣੇ ਗਲੀ ਦੇ ਕੋਨੇ ਤੋਂ ਮੇਰੇ ਸਹੁਰੇ ਨੂੰ ਮੈਂ ਘਰ ਵੱਲ ਆਉਂਦੇ ਦੇਖਿਆ। ਮੈਂ ਹੈਰਾਨ ਰਹਿ ਗਈ ਕਿ ਜੇ ਮੇਰਾ ਸਹੁਰਾ ਘਰ ਤੋਂ ਬਾਹਰ ਸੀ ਤਾਂ ਇਹ ਮੁੰਡਾ ਮੇਰੇ ਸਹੁਰੇ ਦਾ ਨਾਮ ਲੈ ਕੇ ਘਰ ਵਿੱਚ ਕਿਉਂ ਆਇਆ? ਮੈਂ ਉਸ ਅਣਜਾਣ ਨੂੰ ਵੀ ਪੁੱਛਿਆ ਕਿ ਉਹ ਇੱਥੇ ਕਿਉਂ ਆਇਆ, ਤਾਂ ਉਹ ਕਹਿਣ ਲੱਗਿਆ ਕਿ ਮੈਨੂੰ ਬਰਾਜ ਸਾਹਿਬ ਨੇ ਕਿਹਾ ਕਿ ਘਰ ਵਿੱਚ ਆਓ। ਮੈਂ ਕਿਹਾ, ਤੂੰ ਝੂਠ ਬੋਲ ਰਿਹਾ, ਮੇਰਾ ਸਹੁਰਾ ਤਾਂ ਬਾਹਰ ਤੋਂ ਆ ਰਿਹਾ। ਹੁਣ ਮੈਂ ਉਸ ਨਾਲ ਗੱਲ ਕਰ ਹੀ ਰਹੀ ਸੀ ਕਿ ਮੇਰਾ ਸਹੁਰਾ ਘਰ ਵਿੱਚ ਦਾਖਲ ਹੋਇਆ। ਉਸ ਸ਼ਖਸ ਨੂੰ ਦੇਖ ਕੇ ਮੈਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਣ ਲੱਗਿਆ। ਨੌਜਵਾਨ ਤੁਰੰਤ ਘਰ ਤੋਂ ਬਾਹਰ ਨਿਕਲ ਗਿਆ। ਤਾਂ ਇਹ ਦੇਖ ਕੇ ਮੈਂ ਹੈਰਾਨ ਹੋ ਗਈ। ਸਹੁਰਾ ਮੈਨੂੰ ਗੁੱਸੇ ਨਾਲ ਦੇਖਣ ਲੱਗਿਆ ਤੇ ਕਹਿਣ ਲੱਗਿਆ, ਕੌਣ ਸੀ ਇਹ? ਘਰ ਵਿੱਚ ਕਿਉਂ ਆਇਆ ਸੀ? ਸਹੁਰੇ ਦੇ ਮੂੰਹ ਵਿੱਚੋਂ ਇਹ ਗੱਲ ਸੁਣ ਕੇ ਤਾਂ ਮੈਂ ਅਚੰਭੇ 'ਚ ਪੈ ਗਈ। ਮੈਂ ਕਿਹਾ, ਤੁਹਾਨੂੰ ਮਿਲਣ ਆਇਆ ਸੀ। ਕਹਿ ਰਿਹਾ ਸੀ ਤੁਸੀਂ ਉਸ ਨੂੰ ਬੁਲਾਇਆ। ਤਾਂ ਕਹਿਣ ਲੱਗਿਆ, ਤੂੰ ਕੁਝ ਵੀ ਕਹਿ ਦੇਵੇਂਗੀ, ਮੈਂ ਤਾਂ ਉਸ ਨੂੰ ਜਾਣਦਾ ਤੱਕ ਨਹੀਂ, ਉਹ ਕੌਣ ਆ? ਤੇ ਇਹ ਸੁਣ ਕੇ ਤਾਂ ਮੇਰਾ ਸਿਰ ਬੁਰੀ ਤਰ੍ਹਾਂ ਘੁੰਮ ਗਿਆ। ਮੈਂ ਕਿਹਾ, ਮੈਂ ਸੱਚ ਕਹਿ ਰਹੀ ਹਾਂ ਪਿਤਾ ਜੀ, ਉਸਨੇ ਮੈਨੂੰ ਇਹੀ ਕਿਹਾ ਸੀ। ਉਹ ਕਹਿਣ ਲੱਗਿਆ ਕਿ ਤੈਨੂੰ ਕੋਈ ਕੁਝ ਵੀ ਕਹੇਗਾ ਤੂੰ ਦਰਵਾਜ਼ਾ ਖੋਲ੍ਹ ਕੇ ਅੰਦਰ ਬੁਲਾ ਲਵੇਂਗੀ। ਮੇਰਾ ਸਹੁਰਾ ਹੁਣ ਇਸ 'ਤੇ ਬਹਿਸ ਕਰ ਰਿਹਾ ਸੀ। ਉਦੋਂ ਰਮੇਸ਼ ਘਰ ਵਿੱਚ ਆ ਗਿਆ। ਸਾਡੀ ਅਧੂਰੀ ਗੱਲ ਉਹ ਸੁਣ ਚੁੱਕਿਆ ਸੀ। ਪਿਤਾ ਜੀ ਨੂੰ ਪੁੱਛਣ ਲੱਗਿਆ, ਕੀ ਹੋਇਆ? ਮੇਰਾ ਸਹੁਰਾ ਤੁਰੰਤ ਚੁੱਪ ਹੋ ਗਿਆ ਤੇ ਮੈਨੂੰ ਵੀ ਚੁੱਪ ਰਹਿਣ ਦਾ ਇਸ਼ਾਰਾ ਕਰਨ ਲੱਗਿਆ। ਬਸ ਕੁਝ ਨਹੀਂ, ਕੋਈ ਗੱਲ ਨਹੀਂ। ਰਮੇਸ਼ ਦੇ ਬਹੁਤ ਪੁੱਛਣ 'ਤੇ ਵੀ ਉਹ ਕੁਝ ਨਾ ਬੋਲੇ। ਰਮੇਸ਼ ਕਹਿਣ ਲੱਗਿਆ ਕਿ ਉਹ ਗੱਲ ਸੁਣ ਚੁੱਕਿਆ ਹੈ। ਕੌਣ ਆਇਆ ਸੀ? ਜਦੋਂ ਮੇਰੇ ਸਹੁਰੇ ਨੇ ਕਿਹਾ, ਤੂੰ ਛੱਡ, ਮੈਂ ਹਾਂ ਨਾ, ਮੈਂ ਗੱਲ ਨੂੰ ਸੰਭਾਲ ਲਊਂਗਾ। ਰਮੇਸ਼ ਮੈਨੂੰ ਘੂਰਦਾ ਹੋਇਆ ਕਮਰੇ 'ਚ ਆ ਗਿਆ। ਤਾਂ ਮੇਰੇ ਸਹੁਰੇ ਨੇ ਕਿਹਾ, ਉਸ ਨੂੰ ਕੁਝ ਨਾ ਦੱਸਣਾ, ਮੈਂ ਨਹੀਂ ਚਾਹੁੰਦਾ ਕਿ ਤੁਹਾਡਾ ਘਰ ਖਰਾਬ ਹੋ ਜਾਵੇ। ਇਸ ਗੱਲ ਨੂੰ ਅਜੇ 2-3 ਦਿਨ ਹੀ ਲੰਘੇ ਸੀ ਕਿ ਰਾਤ ਨੂੰ ਰਮੇਸ਼ ਘਰ ਨਹੀਂ ਆਇਆ। ਮੈਂ ਬਹੁਤ ਪਰੇਸ਼ਾਨ ਸੀ। ਫਿਰ ਲਾਈਟ ਵੀ ਚਲੀ ਗਈ। ਮਜਬੂਰਨ ਮੈਨੂੰ ਆਪਣੇ ਸਹੁਰੇ ਦੇ ਕਮਰੇ 'ਚ ਜਾਣਾ ਪਿਆ। ਪਰ ਜਿਵੇਂ ਹੀ ਮੈਂ ਆਪਣੇ ਸਹੁਰੇ ਦੇ ਕਮਰੇ ਵਿੱਚ ਗਈ, ਮੈਨੂੰ ਲੱਗਿਆ ਕਿਸੇ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਹੋਵੇ। ਮੈਂ ਚੰਗੀ ਤਰ੍ਹਾਂ ਸਮਝ ਵੀ ਨਹੀਂ ਪਾ ਰਹੀ ਸੀ ਕਿ ਉਸ ਕਮਰੇ ਦੀ ਲਾਈਟ ਜਗ ਗਈ। ਮੈਂ ਦੇਖਿਆ ਮੇਰਾ ਸਹੁਰਾ ਬੈੱਡ 'ਤੇ ਬੇਸੁੱਧ ਪਿਆ ਸੀ ਤੇ ਉਹੀ ਮੁੰਡਾ ਮੈਨੂੰ ਜਕੜੇ ਹੋਏ ਖੜਾ ਸੀ ਜੋ ਮੇਰੇ ਸਹੁਰੇ ਦਾ ਨਾਂ ਲੈ ਕੇ ਘਰ ਆਇਆ ਸੀ। ਇਹ ਦੇਖ ਕੇ ਤਾਂ ਮੇਰੀ ਜਾਨ ਨਿਕਲ ਗਈ। ਮੈਂ ਉਸ ਤੋਂ ਆਪਣੇ ਆਪ ਨੂੰ ਛੁਡਾ ਰਹੀ ਸੀ। ਉਸ ਸਮੇਂ ਰਮੇਸ਼ ਕਮਰੇ ਵਿੱਚ ਦਾਖਲ ਹੋਇਆ ਤੇ ਇਹ ਸਭ ਦੇਖ ਕੇ ਰਮੇਸ਼ ਨੇ ਉਸ ਮੁੰਡੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਮੇਰਾ ਸਹੁਰਾ ਵੀ ਉੱਠ ਕੇ ਬੈਠ ਗਿਆ। ਕਹਿਣ ਲੱਗਿਆ, ਉਸ ਮੁੰਡੇ ਤੇ ਤੇਰੀ ਪਤਨੀ ਨੇ ਮਿਲ ਕੇ ਮੈਨੂੰ ਬੇਹੋਸ਼ ਕਰ ਦਿੱਤਾ। ਚੰਗਾ ਹੋਇਆ ਤੂੰ ਰੱਬ ਰੰਗੇ ਹੱਥੀਂ ਇਹਨਾਂ ਨੂੰ ਫੜ ਚੁੱਕਿਆ। ਮੇਰੇ ਸਹੁਰੇ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ। ਮੈਂ ਕਿਹਾ, ਤੁਸੀਂ ਇਹ ਕੀ ਗੱਲ ਕਰ ਰਹੇ ਹੋ ਪਿਤਾ ਜੀ? ਉਹ ਕਹਿਣ ਲੱਗਿਆ, ਬਸ ਉਸ ਦਿਨ ਤੋਂ ਹੀ ਮੈਂ ਕਹਿੰਦਾ ਸੀ ਰਮੇਸ਼, ਇਸ ਕੁੜੀ ਨਾਲ ਵਿਆਹ ਨਾ ਕਰ, ਪਰ ਤੂੰ ਤਾਂ ਆਪਣੀ ਮਰਜ਼ੀ ਕਰਨੀ ਸੀ। ਦੇਖ ਲਿਆ ਇਸ ਕੁੜੀ ਦੇ ਨਾਲ ਵਿਆਹ ਦਾ ਨਤੀਜਾ। ਮੈਂ ਆਪਣੇ ਸਹੁਰੇ ਦੀ ਸਾਰੀ ਸਾਜ਼ਿਸ਼ ਹੁਣ ਸਮਝ ਚੁੱਕੀ ਸੀ। ਮੁੰਡਾ ਤਾਂ ਭੱਜ ਚੁੱਕਿਆ ਸੀ। ਸ਼ਾਇਦ ਮੇਰੇ ਸਹੁਰੇ ਨੇ ਹੀ ਉਸ ਨੂੰ ਕਿਰਾਏ 'ਤੇ ਬੁਲਾਇਆ ਸੀ, ਰਮੇਸ਼ ਦੇ ਦਿਲ ਵਿੱਚ ਮੇਰੇ ਲਈ ਨਫ਼ਰਤ ਪਾਉਣ ਲਈ। ਮੇਰੇ ਪਤੀ ਨੇ ਮੇਰੇ ਭਰਾ ਨੂੰ ਫੋਨ ਕੀਤਾ ਤੇ ਬੋਲਿਆ ਕਿ ਆਪਣੀ ਭੈਣ ਨੂੰ ਲੈ ਜਾ, ਪਰ ਮੈਂ ਰਮੇਸ਼ ਨੂੰ ਸਾਰੀ ਗੱਲ ਦੱਸ ਦਿੱਤੀ। ਮੈਂ ਕਿਹਾ ਕਿ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ। ਮੈਂ ਤਾਂ ਉਸ ਮੁੰਡੇ ਨੂੰ ਜਾਣਦੀ ਵੀ ਨਹੀਂ ਜਿਸ ਦੀ ਚਾਹੇ ਮੈਨੂੰ ਕਸਮ ਖਵਾ ਸਕਦੇ ਹੋ। ਮੈਂ ਇਸ ਇਨਸਾਨ ਨੂੰ ਨਹੀਂ ਜਾਣਦੀ। ਰਮੇਸ਼ ਨੇ ਕਿਹਾ, ਠੀਕ ਆ, ਮੈਂ ਕੱਲ੍ਹ ਉਸ ਮੁੰਡੇ ਨੂੰ ਲੱਭ ਕੇ ਸਾਰੀ ਸੱਚਾਈ ਪਤਾ ਕਰ ਲਊਂਗਾ। ਕਹਿਣ ਲੱਗਿਆ, ਜੇ ਤੂੰ ਝੂਠੀ ਹੋਈ ਤਾਂ ਮੈਂ ਤੈਨੂੰ ਉਸੇ ਸਮੇਂ ਤਲਾਕ ਦੇ ਦੇਵਾਂਗਾ। ਅਗਲੀ ਸਵੇਰ ਰਮੇਸ਼ ਨੇ ਉਸ ਮੁੰਡੇ ਨੂੰ ਵੀ ਲੱਭ ਲਿਆ ਤੇ ਉਸ ਨੂੰ ਮਾਰ-ਮਾਰ ਕੇ ਸੱਚ ਬੋਲਣ ਲਈ ਕਿਹਾ। ਤਾਂ ਉਸਨੇ ਮੇਰੇ ਸਹੁਰੇ ਦੀ ਸਾਰੀ ਸੱਚਾਈ ਉਸ ਨੂੰ ਦੱਸੀ। ਰਮੇਸ਼ ਨੇ ਮੈਨੂੰ ਕਿਸੇ ਦੋਸਤ ਦੇ ਵਿਆਹ ਵਿੱਚ ਦੇਖਿਆ ਸੀ ਤਾਂ ਆਪਣੇ ਬਾਪ ਨਾਲ ਜਿੱਦ ਕਰਕੇ ਮੇਰੇ ਲਈ ਰਿਸ਼ਤਾ ਭੇਜਿਆ ਸੀ ਤੇ ਮੇਰਾ ਸਹੁਰਾ ਆਪਣੀ ਕਿਸੇ ਪਹਿਚਾਣ ਵਾਲੀ ਔਰਤ ਦੋਸਤ ਦੀ ਕੁੜੀ ਨਾਲ ਰਮੇਸ਼ ਦਾ ਵਿਆਹ ਕਰਵਾਉਣਾ ਚਾਹੁੰਦਾ ਸੀ, ਕਿਉਂਕਿ ਉਹ ਉਸ ਔਰਤ ਨਾਲ ਗਲਤ ਸੀ।
ਉਹ ਚਾਹੁੰਦਾ ਸੀ ਕਿ ਜੇ ਉਸ ਦੀ ਕੁੜੀ ਮੇਰੀ ਨੂੰਹ ਬਣ ਕੇ ਸਾਡੇ ਘਰ ਆ ਗਈ ਤਾਂ ਉਹ ਔਰਤ ਵੀ ਸਾਡੇ ਘਰ ਆ ਜਾਵੇਗੀ, ਕਿਉਂਕਿ ਉਸ ਦਾ ਪਤੀ ਮਰ ਚੁੱਕਿਆ ਸੀ। ਇਹ ਸਾਰਾ ਖੇਡ ਉਸਨੇ ਇਸ ਕਰਕੇ ਹੀ ਰਚਾਇਆ ਸੀ ਤਾਂ ਕਿ ਰਮੇਸ਼ ਮੈਨੂੰ ਛੱਡ ਦੇਵੇ ਤੇ ਉਹ ਉਸ ਦਾ ਵਿਆਹ ਆਪਣੀ ਉਸ ਮਹਿਲਾ ਦੋਸਤ ਦੀ ਕੁੜੀ ਨਾਲ ਕਰਵਾ ਦੇਵੇ। ਜਦੋਂ ਸਾਰੀ ਸੱਚਾਈ ਸਾਹਮਣੇ ਆ ਗਈ ਤਾਂ ਮੇਰਾ ਸਹੁਰਾ ਸਾਡੇ ਦੋਹਾਂ ਦੇ ਪੈਰਾਂ 'ਚ ਡਿੱਗ ਕੇ ਮਾफ़ੀ ਮੰਗਣ ਲੱਗਿਆ, ਪਰ ਮੈਂ ਹਾਲੇ ਤੱਕ ਉਸ ਨੂੰ ਮਾफ़ ਨਹੀਂ ਕੀਤਾ। ਦੋਸਤੋ, ਤੁਸੀਂ ਹੀ ਦੱਸੋ ਕਿ ਮੇਰੇ ਸਹੁਰੇ ਨੂੰ ਮੈਨੂੰ ਮਾफ़ ਕਰ ਦੇਣਾ ਚਾਹੀਦਾ ਜਾਂ ਨਹੀਂ। ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ, ਤਦ ਤੱਕ ਸਤਿ ਸ਼੍ਰੀ ਅਕਾਲ।